ਅੱਜ ਅਸੀਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਜਿਹੜਾ ਪਹਿਲਾ ਹੀ ਪਾਠ ਹੈ ਡਾਕਟਰ ਵਰਿੰਦਰ ਕੌਰ ਦਾ ਲਿਖਿਆ ਹੋਇਆ ਪੰਜਾਬੀ ਸੱਭਿਆਚਾਰ, ਉਹਦੇ ਬਾਰੇ ਗੱਲ ਕਰਾਂਗੇ। ਤਾਂ ਜਿਵੇਂ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਅਸੀਂ ਲੇਖਕ ਦੀ ਜਾਣ ਪਛਾਣ ਜਿਹੜੀ ਉਹ ਪਹਿਲਾਂ ਕਰਾਂਗੇ, ਕਿਉਂਕਿ ਤੁਹਾਡੇ ਕੋਲ ਮੈਟਰ ਪਹਿਲਾਂ ਪਹੁੰਚ ਚੁੱਕਿਆ। ਇਸ ਕਰਕੇ ਮੈਂ ਇਸ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰਾਂਗਾ, ਕਿਉਂਕਿ ਸਾਡੇ ਕੋਲ ਡਾਟਾ ਵੀ ਸੀਮਿਤ ਹੈ। ਮੈਨੂੰ ਤੁਹਾਡੀਆਂ ਸੀਮਾਵਾਂ ਦਾ ਪਤਾ ਹੈ, ਤੁਹਾਡੀਆਂ ਸਮੱਸਿਆਵਾਂ ਦਾ ਹੀ ਪਤਾ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂ ਕਿ ਪਾਠ 15 ਮਿੰਟ ਵਿੱਚ ਜਿਹੜਾ ਖਤਮ ਕਰ ਦਿਆਂ। ਤਾਂ ਅਸੀਂ ਡਾਕਟਰ ਵਰਿੰਦਰ ਕੌਰ ਬਾਰੇ ਗੱਲ ਕਰਦੇ ਹਾਂ। ਡਾਕਟਰ ਵਰਿੰਦਰ ਕੌਰ ਦੇ ਪਿਤਾ ਨਾਂ ਸਰਦਾਰ ਗੁਰਦਿਆਲ ਸਿੰਘ, ਮਾਤਾ ਸਰਜੀਤ ਕੌਰ। 1966 ਬਰਥ, ਲਗਭਗ 50-52 ਸਾਲ ਦੇ, 54 ਸਾਲ ਦੇ ਹੁਣ। ਅੰਮ੍ਰਿਤਸਰ ਉਹਨਾਂ ਦਾ ਜਨਮ ਸਥਾਨ ਹੈ। MA ਪੰਜਾਬੀ, MPhil PhD ਕੀਤੀ ਹੋਈ ਹੈ ਅਤੇ ਉਹਨਾਂ ਨੇ ਇਸੇ ਹੀ ਵਿਸ਼ੇ 'ਤੇ ਰਿਸਰਚ ਕੀਤੀ ਹੈ। 1990 ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਕਾਰਜ ਵਿੱਚ ਜੁੜੇ ਹੋਏ ਹੈ। 2003 ਤੋਂ ਉਹ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿੱਚ ਬਤੌਰ ਪ੍ਰਿੰਸੀਪਲ ਵੀ ਸੇਵਾ ਨਿਭਾ ਚੁੱਕੇ ਹੈ। ਤਾਂ ਕਾਫੀ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਸਾਹਿਤ, ਭਾਸ਼ਾ ਅਤੇ ਲੋਕਧਾਰਾ ਨਾਲ ਜੁੜੇ ਵਿਸ਼ਿਆਂ ਸੰਬੰਧੀ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕੇ ਹੈ। ਇਸ ਤੋਂ ਇਲਾਵਾ ਰੰਗਮੰਚ, ਬਿਜਲਈ ਮੀਡੀਆ, ਜਿਹਨੂੰ ਅਸੀਂ ਇਲੈਕਟ੍ਰੋਨਿਕ ਮੀਡੀਆ, TV ਵਗੈਰਾ ਕਹਿ ਦਿੰਦੇ ਹਾਂ, ਅਤੇ ਪੰਜਾਬੀ ਪੱਤਰਕਾਰਤਾ ਦਾ ਸ਼ੌਂਕ ਵੀ ਉਹ ਰੱਖਦੇ ਆ। ਸੋ ਜਿਹੜਾ ਸਾਡੇ ਕੋਲ ਅਸੀਂ ਅੱਜ ਪਾਠ ਕਰ ਰਹੇ ਹਾਂ, ਇਸ ਵਿੱਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੇ ਹੁਣੇ ਜਿਹੇ ਸੰਪੰਨ ਪੋਸਟ ਡਾਕਟਰ ਜਿਹੜਾ ਉਹਨਾਂ ਨੇ ਰਿਸਰਚ ਪ੍ਰੋਜੈਕਟ ਪੂਰਾ ਕੀਤਾ, ਉਸ ਦੇ ਵਿੱਚੋਂ ਕੁਝ ਅੰਸ਼ ਕੱਢ ਕੇ ਸਾਨੂੰ ਦਿੱਤੇ ਗਏ ਆ। ਖਾਸ ਕਰਕੇ ਸੂਬੇ ਦੇ ਇਤਿਹਾਸ, ਰਾਜਨੀਤੀ, ਲੋਕਧਾਰਾ, ਖਾਸ ਕਰਕੇ ਪੰਜਾਬੀ ਸੱਭਿਆਚਾਰ, ਉਪ ਸੱਭਿਆਚਾਰਾਂ ਬਾਰੇ ਜਾਣਕਾਰੀ ਦੇ ਨਾਲ ਨਾਲ ਉਹਨਾਂ ਨੇ ਪੰਜਾਬੀ ਦੇ ਵਿਲੱਖਣ ਪਛਾਣ ਚਿੰਨ੍ਹਾਂ ਤੋਂ ਵੀ ਸਾਨੂੰ ਜਾਣੂ ਕਰਵਾਇਆ। ਤਾਂ ਆਓ ਅਸੀਂ ਫਿਰ ਅਗਲਾ ਜਿਹੜਾ ਉਹ ਤੋਂ ਜਾਣੂ ਹੁੰਦੇ ਪਾਠ ਤੋਂ ਕਿ ਉਹ ਕੀ ਕਹਿੰਦੇ ਨੇ। ਤਾਂ ਵਿਦਿਆਰਥੀਓ, ਪੰਜਾਬੀ ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਜਿਹੜੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ। ਜਿਵੇਂ ਅਸੀਂ ਪੰਜਾਬ 'ਚ ਰਹਿਣ ਵਾਲੇ ਹਾਂ, ਰਾਜਸਥਾਨ ਵਾਲੇ ਰਾਜਸਥਾਨ 'ਚ ਰਹਿਣ ਵਾਲੇ ਆ, ਹਰਿਆਣੇ ਵਾਲੇ ਆ, ਹਿਮਾਚਲ ਵਾਲੇ ਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੀ ਸਟੇਟਾਂ ਨੇ ਉਹ ਆਪਣੇ ਆਪਣੇ ਤੌਰ ਤਰੀਕਿਆਂ ਨਾਲ ਆਪਣਾ ਜੀਵਨ ਬਸਰ ਕਰਦੇ ਨੇ। ਰਾਜਸਥਾਨ 'ਚ ਰਹਿਣ ਵਾਲੇ ਪਾਣੀ ਦੀ ਕਦਰ ਉਹ ਅਹਿਮੀਅਤ ਉਵੇਂ ਸਮਝਦੇ ਆ। ਅਸੀਂ ਪੰਜਾਬ ਵਾਲੇ ਪਾਣੀ ਫਾਲਤੂ ਡੋਲੀ ਜਾਂਦੇ ਹਾਂ। ਪਹਾੜਾਂ 'ਚ ਰਹਿਣ ਵਾਲੇ ਬੜੇ ਸੰਜਮ ਨਾਲ ਜਿਹੜੇ ਜੀਵਨ ਬਤੀਤ ਕਰਦੇ ਆ, ਕਿਉਂਕਿ ਸਾਧਨਾਂ ਦੀ ਘਾਟ ਹੈ ਪਹਾੜਾਂ 'ਚ। ਮੈਦਾਨੀ ਇਲਾਕਿਆਂ 'ਚ ਉਪਜਾਊ ਹੋਣ ਕਰਕੇ ਲੋਕ ਖੁੱਲ੍ਹੇ ਡੁੱਲੇ ਵੀ ਹੈ, ਖਰਚਾ ਵੀ ਜ਼ਿਆਦਾ ਕਰਦੇ ਆ, ਅਤੇ ਉਹਨਾਂ ਦੀ ਜੀਵਨ ਬਿਰਤਾਂਤ ਵੀ ਉਵੇਂ ਹੀ ਜਿਹੜਾ ਹੈ ਉਹ ਸਿਰਜਿਆ ਗਿਆ। ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ। ਸੱਭਿਆਚਾਰ ਨਿਸ਼ਚੇ ਹੀ ਕਿਸੇ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮਨੌਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਖਾਣ ਪੀਣ, ਰੀਤੀ ਰਿਵਾਜਾਂ, ਬੋਲੀ, ਪਹਿਰਾਵੇ, ਜ਼ਿੰਦਗੀ ਦੇ ਹਰ ਪੱਖ ਨੂੰ ਇਹ 'ਚ ਸ਼ਾਮਲ ਕੀਤਾ ਜਾਂਦਾ। ਭਾਵੇਂ ਕਿ ਅਸੀਂ ਉੱਪਰ ਹੀ ਨਜ਼ਰ ਹੀ ਦੇਖਿਆ ਜੋ ਗੱਲ ਕਰਦੇ ਤਾਂ ਸਾਨੂੰ ਲੱਗਦਾ ਵੀ ਬਹੁਤ ਸਧਾਰਨ ਜੀ ਗੱਲ ਹੈ, ਪਰ ਜਦੋਂ ਅਸੀਂ ਡੂੰਘਾਈ ਜਾਂਦੇ ਹਾਂ ਤਾਂ ਫਿਰ ਅਸੀਂ ਮਹਿਸੂਸ ਕਰਦੇ ਵੀ ਨਹੀਂ, ਐਡੀ ਗੱਲ ਸਿੱਧੀ ਨਹੀਂ ਜਿੱਦੀ ਸਾਨੂੰ ਦਿਖਦੀ ਹੈ। ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਆਪਣੇ ਕਲਚਰ ਦਾ ਉਦਰੇਵਾਂ ਜ਼ਰੂਰ ਆਉਂਦਾ। ਅਸੀਂ ਵਿਦੇਸ਼ਾਂ ਜਾਂਦੇ ਹਾਂ, ਵਿਦੇਸ਼ਾਂ ਸਾਡੇ ਪੰਜਾਬੀ ਗਏ ਤਾਂ ਉੱਥੇ ਉਹ ਮਹਿਸੂਸ ਕਰਦੇ ਇਸ ਗੱਲ ਨੂੰ ਭਰਪੂਰ ਰੂਪ 'ਚ। ਉਹ ਬੜੇ ਮਤਲਬ ਕਿ ਉਧਰੇ ਜਿਹੇ ਪਏ ਹੁੰਦੇ ਆ ਪੰਜਾਬ ਨੂੰ ਕਿਸੇ ਜਾਈਏ, ਅਤੇ ਬੜੇ ਚਾਵਾਂ ਨਾਲ ਇੱਥੇ ਹੁੰਦੇ ਜਾਂਦੇ ਸਮੇਂ ਨੂੰ ਅੱਖਾਂ ਭਰੀਆਂ ਹੁੰਦੀਆਂ। ਉਹਨਾਂ ਦੇ ਅੱਖਾਂ 'ਚ ਡਿੱਗਦੇ ਹੰਝੂ ਇਸ ਗੱਲ ਦੀ ਗਵਾਹੀ ਦਿੰਦੇ ਆ ਕਿ ਉਹ ਇਸ ਮਿੱਟੀ ਨੂੰ, ਭਾਵੇਂ ਇੱਥੇ ਬਹੁਤ ਸਾਰੀਆਂ ਕਮੀਆਂ ਵੀ ਹੋਣਗੀਆਂ, ਉੱਥੇ ਜ਼ਿੰਦਗੀ ਭਰਪੂਰ ਹੈਗੀ, ਆਰਥਿਕ ਸਾਧਨ ਬਲਵਾਨ ਨੇ, ਬਾਵਜੂਦ ਇਸ ਦੇ ਵੀ ਉਹ ਇੱਥੇ ਉਦਰੇਵਾਂ ਕਰਦੇ ਇੱਥੋਂ ਦਾ, ਜਿਹੜਾ ਕਿ ਉਸ ਦੇ ਮੁਕਾਬਲੇ ਰਹਿਣ ਸਹਿਣ ਦੇ ਪੱਧਰ ਤੋਂ, ਹੋਰ ਕਈ ਗੱਲਾਂ ਦੇ ਪੱਧਰ ਤੋਂ ਜ਼ਿੰਦਗੀ ਜਿਹੜੀ ਉਹ ਕਾਫੀ ਘਾਟਾਂ ਨਾਲ ਭਰੀ ਹੋਈ ਹੈ। ਚਲੋ ਅਸੀਂ ਦੇਖਦੇ ਹਾਂ ਕਿ ਕਿਸੇ ਸੱਭਿਆਚਾਰ ਜਿਹੜੇ ਹੈ ਉਹ ਪਰਿਭਾਸ਼ਾ ਅਤੇ ਸਰੂਪ ਨੂੰ ਅਸੀਂ ਕਿਵੇਂ ਤੈਅ ਕਰ ਸਕਦੇ ਹਾਂ। ਬਹੁਤੀਆਂ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਵਜ੍ਹਾ ਅਸੀਂ ਗੱਲ ਕਰਾਂਗੇ ਕਿ ਸੱਭਿਆਚਾਰ ਸ਼ਬਦ ਜਿਹੜਾ ਦੋ ਸੱਭਿਆ ਅਤੇ ਆਚਾਰ, ਦੇਖੋ ਇੱਥੋਂ ਸਪਸ਼ਟ ਹੋ ਜਾਂਦਾ। ਸੱਭਿਆ ਮੀਨਜ਼ ਸੁਧਰਿਆ ਹੋਇਆ, ਅਤੇ ਆਚਾਰ ਮੀਨਜ਼ ਅਸੀਂ ਕਹਿੰਦੇ ਇਹ ਬੰਦੇ ਨੂੰ ਯਾਰ ਚੱਜ ਜਾਂ ਆਚਾਰ ਹੈ ਨਹੀਂ। ਪੰਜਾਬੀ 'ਚ ਚੱਜ ਚਾਰ ਵੀ ਕਹਿ ਦਿੰਦੇ ਆ, ਭਾਵ ਇਹਨੂੰ ਵਰਤਾਵੇ ਦਾ ਤਰੀਕਾ ਨਹੀਂ ਪਤਾ। ਜਦੋਂ ਬੰਦੇ ਨੂੰ ਜੰਗਲੀ ਹੋਣ ਤੋਂ ਬਾਅਦ ਉਹਨੂੰ ਚੱਜ ਆਚਾਰ ਆ ਗਿਆ ਜ਼ਿੰਦਗੀ 'ਚ ਰਹਿਣ ਦਾ, ਅਤੇ ਜਿਹੜੇ ਚੱਜ ਆਚਾਰ ਸਿੱਖਣ ਲਈ ਉਹਨੇ ਤੌਰ ਤਰੀਕੇ ਅਪਣਾਏ, ਉਹਨਾਂ ਦਾ ਇੱਕ ਨੇਮ ਬਣ ਗਿਆ, ਤਾਂ ਅਸੀਂ ਉਸਨੂੰ ਕੀ ਨਾਂ ਦਿੱਤਾ ਕਿ ਹੁਣ ਇਹ ਇੱਕ ਸੱਭਿਆਚਾਰ 'ਚ ਆ ਗਿਆ, ਸੱਭਿਆਚਾਰ ਵਿਕਸਿਤ ਹੋ ਗਿਆ। ਅੰਗਰੇਜ਼ੀ 'ਚ ਇਸ ਨਾਂ ਦਾ ਸ਼ਬਦ ਜਿਹੜਾ ਉਹ ਕਲਚਰ ਵਰਤਿਆ ਜਾਂਦਾ ਸੀ, ਜਿਹੜਾ ਕਿ ਕਲਟੀਵੇਟ ਤੋਂ ਬਣਿਆ ਕਿ ਜਦੋਂ ਖੇਤੀ ਕਰਨੀ ਸ਼ੁਰੂ ਕਰਤੀ ਮਨੁੱਖ ਨੇ, ਤਾਂ ਉਹਨਾਂ ਨੇ ਸਮਝ ਲਿਆ ਕਿ ਮਨੁੱਖ ਜਿਹੜਾ ਉਹ ਆਪਣੀ ਜ਼ਿੰਦਗੀ ਦੇ ਪੂਰੇ ਸੁਮੇਲ 'ਚ ਆ ਗਿਆ। ਤਾਂ ਸੱਭਿਆ ਦਾ ਸ਼ਬਦ ਦਾ ਅਰਥ ਨਿਜਬਤਾ ਹੈ, ਜਦਕਿ ਆਚਾਰ ਦਾ ਅਰਥ ਆਚਰਣ ਹੈ, ਭਾਵ ਉਹ ਚਰਿੱਤਰ ਜੋ ਜੀਵਨ ਦੇ ਕਿਸੇ ਨਿਜਬੱਧਤਾ ਦਾ ਧਾਰਨੀ ਹੈ ਤੇ ਨੂੰ ਸੱਭਿਆਚਾਰ ਕਿਹਾ ਜਾਂਦਾ ਹੈ। ਨਿਯਮਬੱਧਤਾ ਵਿੱਚ ਵਿਅਕਤੀ ਵਿਸ਼ੇਸ਼ ਵੱਲੋਂ ਡੂੰਘੀ ਜੀਵਨ ਜਾਂਚ ਲਈ ਅਪਣਾਏ ਗਏ ਨੇਮਬੰਦ ਅਸੂਲ ਹੁੰਦੇ ਹਨ, ਜਿਨ੍ਹਾਂ ਨੂੰ ਸਾਰੇ ਲੋਕ ਸਮੂਹ ਗੁੱਟ ਪ੍ਰਵਾਨ ਕਰਦਾ। ਇਹਨਾਂ ਜਿਹੜੇ ਕੋਈ ਨਿਯਮ ਬਣਾਉਂਦਾ ਸੰਸਾਰ, ਉਹਦੇ ਵਿੱਚ ਕੋਈ ਸਜ਼ਾ ਨਹੀਂ ਹੁੰਦੀ,
ਸਿਰਫ ਸਮਾਜਿਕ ਸਜ਼ਾ ਹੁੰਦੀ ਹੈ। ਤੁਹਾਨੂੰ ਤੁਸੀਂ ਕੋਈ ਨਿਕੰਮ ਨਹੀਂ ਕਰਦੇ, ਤੁਹਾਨੂੰ ਇਹ ਨਹੀਂ ਕਹਿੰਦੇ ਵੀ ਇਹਨੂੰ ਜੇਲ੍ਹ 'ਚ ਲੈ ਜਾਣਾ ਚਾਹੀਦਾ, ਸਿਰਫ ਤੁਹਾਨੂੰ ਅਪਣਾਇਆ ਨਹੀਂ ਹੁੰਦਾ। ਮੰਨ ਲਓ ਕਿ ਰਿਸ਼ਤੇਦਾਰ ਆਇਆ, ਵਿਆਹ 'ਚ ਆਇਆ, ਉਹ ਰੁੱਸ ਜੇ, ਇਹ ਨਹੀਂ ਹੈ ਵੀ ਉਹਨੂੰ ਸਜ਼ਾ ਕਰ ਦੇਣਗੇ, ਵਿਆਹ 'ਚ ਕਿਉਂ ਰੁੱਸਿਆ। ਹਾਂ, ਉਹਨੂੰ ਮਾੜਾ ਸਮਝਿਆ ਜਾਊਗਾ, ਸਮਾਜ ਹੀ ਆਪਣੇ ਤੌਰ ਤਰੀਕਿਆਂ ਨਾਲ ਉਹਨੂੰ ਸਜ਼ਾ ਦੇਊ ਵੀ ਸਾਡਾ ਰਿਸ਼ਤੇਦਾਰ ਆਇਆ ਜੀ, ਸਾਨੂੰ ਤੰਗ ਪਰੇਸ਼ਾਨ ਕਰ ਲਗੇ, ਅਸੀਂ ਇਹਨੂੰ ਘਰੋਂ ਨਹੀਂ ਕੱਢ ਦਿੰਦੇ, ਪਰ ਭਵਿੱਖ 'ਚ ਉਹਨੂੰ ਅਸੀਂ ਬੁਲਾਉਣਾ ਘੱਟ ਕਰ ਦਿੰਦੇ ਹਾਂ। ਤਾਂ ਤੀਸਰੇ ਪੈਰੇ ਤੇ ਸੱਭਿਆਚਾਰ ਸ਼ਬਦ ਲਈ ਹਿੰਦੀ ਭਾਸ਼ਾ ਵਿੱਚ ਸੰਸਕ੍ਰਿਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ ਜਾਂ ਜਾਂਦੀ ਹੈ। ਸ਼ਬਦ ਸੰਸਕ੍ਰਿਤੀ ਦੀ ਨਿਰੁਕਤੀ ਹੈ, ਸੰਸਕ੍ਰਿਤੀ। ਇਹ ਸ਼ਬਦ ਹਿੰਦੀ ਭਾਸ਼ਾ ਦੇ ਪੁਰਾਣੇ ਰੂਪ ਸੰਸਕ੍ਰਿਤ ਭਾਵ ਸਬਰੀ ਹੋਈ ਭਾਸ਼ਾ ਤੋਂ ਲਿਆ ਗਿਆ ਹੈ। ਅੰਗਰੇਜ਼ੀ ਵਿੱਚ ਪਹਿਲੇ ਗੱਲ ਕੀਤੀ ਹੈ ਕਿ ਕਲਚਰ ਸ਼ਬਦ ਵਰਤਿਆ ਜਾਂਦਾ, ਜਿਹੜਾ ਕਿ ਲੈਟਨ ਭਾਸ਼ਾ ਤੋਂ ਬਦਲ ਕੇ ਆਇਆ, ਕਿਉਂਕਿ ਅੰਗਰੇਜ਼ੀ ਦੇ ਬਹੁਤ ਸ਼ਬਦ ਲੈਟਨ ਕਲਚਰ ਤੋਂ ਆਏ, ਲੈਟਨ ਲੈਂਗੁਏਜ ਤੋਂ ਆਇਆ, ਜਿਹਦੇ ਸ਼ਾਬਦਿਕ ਅਰਥ ਹੈ ਟੂ ਕਲਟੀਵੇਟ ਲੈਂਡ, ਭਾਵ ਭੂਮੀ ਦੀ ਬਿਜਾਈ, ਖੇਤੀ। ਇਹਨਾਂ ਗੱਲਾਂ ਨੂੰ ਅਸੀਂ ਇਸ 'ਚ ਸ਼ਾਮਲ ਕਰਦੇ ਹਾਂ। ਚਲੋ ਹੁਣ ਅਸੀਂ ਅਗਲੇ ਪੇਜ 'ਤੇ ਚੱਲਦੇ ਹਾਂ ਅਤੇ ਮੋਟੇ ਰੂਪ 'ਚ ਇਸ ਪਾਠ ਨੂੰ ਦੇਖਦੇ ਹਾਂ। ਦੇਖੋ ਪੈਰਾ ਆ ਗਿਆ ਅਗਲਾ ਆਪਣੇ ਕੋਲ, ਪੰਜਾਬੀ ਸੱਭਿਆਚਾਰ ਦਾ ਇਤਿਹਾਸਕ ਪਿਛੋਕੜ ਤੇ ਵਰਗ ਵੰਡ। ਸਾਨੂੰ ਪਤਾ ਹੀ ਹੈ ਕਿ ਸਾਡਾ ਇਤਿਹਾਸਕ ਪਿਛੋਕੜ ਜਿਹੜਾ ਉਹ ਬੜਾ ਘਟਨਾਵਾਂ ਭਰਪੂਰ ਹੈ। ਜਦੋਂ ਅਸੀਂ ਇਤਿਹਾਸਕ ਪਿਛੋਕੜ ਦਾ ਨੂੰ ਪ੍ਰਸ਼ਨ ਆਉਂਦਾ, ਅਸੀਂ ਭਾਵੇਂ ਤਰਜੇ ਜਾਂਦੇ ਹਾਂ ਵੀ ਅਸੀਂ ਕੀ ਲਿਖੇ ਇੱਥੇ ਇਤਿਹਾਸਕ ਪਿਛੋਕੜ। ਇਤਿਹਾਸ ਤੋਂ ਅਸੀਂ ਸ਼ਬਦ ਤੋਂ ਜਾਣੂ, ਇਤਿਹਾਸ ਮੀਨਜ਼ ਹਿਸਟਰੀ, ਅਤੇ ਪਿਛੋਕੜ ਮੀਨਜ਼ ਸਾਡਾ ਪਿਛਲਾ ਇਤਿਹਾਸ ਜੋ ਕਹਿੰਦਾ, ਅਸੀਂ ਉਸ ਦੀ ਗੱਲ ਕਰਨੀ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਭਾਰਤ ਅਨੇਕਤਾ ਵਿੱਚ ਏਕਤਾ ਵਾਲਾ ਮੁਲਕ ਹੈ, ਭਾਵ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵਿਭਿੰਨ ਸੱਭਿਆਚਾਰ ਪ੍ਰਾਪਤ ਹੁੰਦੇ ਹਨ। ਇੱਥੇ ਵੱਖ-ਵੱਖ ਰਾਜਾਂ ਦੀਆਂ ਆਪੋ ਆਪਣੀਆਂ ਭਾਸ਼ਾਵਾਂ, ਬੋਲੀਆਂ, ਰਹਿਣ ਸਹਿਣ, ਖਾਣ ਪੀਣ, ਪਹਿਰਾਵਾ ਇੱਕ ਦੂਜੇ ਨਾਲ ਵੱਖਰਾ ਹੈ। ਇਸ ਅਨੇਕਤਾ ਵਿੱਚ ਉਪ ਸੱਭਿਆਚਾਰਕ ਵਿਲੱਖਣਤਾ ਦੇ ਬਾਵਜੂਦ ਭਾਰਤੀ ਸੱਭਿਆਚਾਰ ਦੀ ਏਕਤਾ ਕਾਇਮ ਹੈ। ਇੱਦਾਂ ਦੇ ਕਹਿਣ ਦਾ ਇੱਥੇ ਕੀ ਭਾਵ ਹੈ ਕਿ ਭਾਵੇਂ ਭਾਰਤ ਇੱਕ ਬਹੁਤ ਵੱਡਾ ਦੇਸ਼ ਹੈ, ਅਨੇਕਾਂ ਬੋਲੀਆਂ ਬੋਲੀਆਂ ਜਾਂਦੀਆਂ, ਪਰ ਸਾਡੇ 'ਚ ਫਿਰ ਵੀ ਸਮਾਜਿਕ ਤੌਰ 'ਤੇ ਕੁਝ ਅਸੂਲ, ਕੁਝ ਨਿਯਮ ਸਾਂਝੇ ਹੈ ਜਿਹੜੇ ਹੋਰ ਸੱਭਿਆਚਾਰਾਂ 'ਚ ਸਾਨੂੰ ਨਹੀਂ ਮਿਲਦੇ। ਜਿਵੇਂ ਭਾਰਤ ਵਿੱਚ ਇੱਕ ਸਾਡੇ ਕੋਲ ਸਾਂਝਾ ਸਮੂਹ ਮਿਲਦਾ, ਗੁੱਟ ਮਿਲਦਾ ਇੱਕ ਨਿਯਮਾਂ ਦਾ, ਕਿ ਅਸੀਂ ਮਾਸ ਖਾਣ ਨੂੰ ਕਿਤੇ ਨਾ ਕਿਤੇ ਮਾੜਾ ਮੰਨਦੇ ਹਾਂ, ਨਸ਼ਾ ਕਰਨ ਨੂੰ ਅਸੀਂ ਸਾਰਾ ਭਾਰਤੀ ਕਿਤੇ ਨਾ ਕਿਤੇ ਮਾੜਾ ਸਮਝਦਾ। ਇਸੇ ਤਰ੍ਹਾਂ ਔਰਤ ਨੂੰ ਜਿਹੜਾ ਹੈ ਘਰੇ ਰੱਖਣ ਦਾ ਕਲਚਰ ਪੂਰੇ ਭਾਰਤ ਵਿੱਚ ਹੀ ਹੈ ਬਾਕੀ ਦੁਨੀਆ ਦੇ ਮੁਕਾਬਲੇ। ਬਿੰਦੀ ਲਾਉਣ ਦਾ, ਉਹਦੇ ਕੱਪੜਿਆਂ ਦੇ ਰਹਿਣ ਸਹਿਣ ਤੌਰ ਤਰੀਕੇ ਦਾ, ਬੰਦਿਆਂ ਦੇ ਅਤੇ ਔਰਤਾਂ ਦੇ ਵਰਤ ਵਰਤਾਵੇ ਦਾ ਸਮਾਜ ਨਾਲ, ਛੋਟਿਆਂ ਵੱਲੋਂ ਵੱਡਿਆਂ ਦੇ ਆਦਰ ਕਰਨ ਦਾ, ਵੱਡਿਆਂ ਦੁਆਰਾ ਛੋਟਿਆਂ ਨੂੰ ਝਿੜਕੇ ਜਾਣ ਦਾ, ਕਈ ਇਹ ਸਾਰੇ ਨਿਯਮ ਨੇ ਜਿਨ੍ਹਾਂ ਨੂੰ ਅਸੀਂ ਠੁਕਰਾ ਨਹੀਂ ਸਕਦੇ। ਪੂਰੇ ਭਾਰਤ ਵਿੱਚ ਸਾਨੂੰ ਸ਼੍ਰੀਲੰਕਾ ਤੋਂ ਲੈ ਕੇ ਕੇਰਲਾ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਮਿਲਦੇ ਆ, ਅਤੇ ਗੁਜਰਾਤ ਤੋਂ ਲੈ ਕੇ ਬੰਗਾਲ ਤੱਕ। ਸੋ ਇੱਥੇ ਪੰਜਾਬੀ ਸੱਭਿਆਚਾਰ ਵਿੱਚ ਉਹਨੇ ਗੱਲ ਕੀਤੀ ਹੈ ਕਿ ਜਿੱਥੇ ਸਾਡੇ ਭਾਂਤ ਭਾਂਤ ਦੇ ਬੰਗਾਲੀ, ਪੰਜਾਬੀ, ਗੁਜਰਾਤੀ, ਮਰਾਠੀ ਆਦਿ ਉਪ ਸੱਭਿਆਚਾਰ ਹਨ, ਉੱਥੇ ਇਹੀ ਸੱਭਿਆਚਾਰ ਜਦੋਂ ਆਪਣੇ ਸੱਭਿਆਚਾਰ 'ਚ ਆ ਜਾਂਦੇ ਆ। ਮੰਨ ਲਓ ਭਾਰਤ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰ ਹੈ, ਪਰ ਜਦੋਂ ਇਹੀ ਗੱਲ ਅਸੀਂ ਪੰਜਾਬ 'ਚ ਕਰਾਂਗੇ ਤਾਂ ਪੰਜਾਬ 'ਚ ਫਿਰ ਇਹ ਬਦਲ ਜਾਂਦਾ। ਪੰਜਾਬ 'ਚ ਪੰਜਾਬੀ ਸੱਭਿਆਚਾਰ ਹੈ, ਪਰ ਪੰਜਾਬ ਦੇ ਵਿੱਚ ਹੀ ਫਿਰ ਗਾਂ ਕੇ ਤਿੰਨ ਸੱਭਿਆਚਾਰ। ਕਿਹੜੇ? ਮਾਝੇ ਇਲਾਕੇ, ਖਾਸ ਕਰ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਨੂੰ ਅਸੀਂ ਕਹਿੰਦੇ ਕਿ ਮਾਝੇ ਦਾ ਕਲਚਰ ਹੈ, ਮਾਝੇ ਦੇ ਲੋਕ ਨੇ। ਇਸ ਤਰ੍ਹਾਂ ਜਲੰਧਰ, ਫਗਵਾੜਾ, ਨਵਾਂਸ਼ਹਿਰ, ਹੁਸ਼ਿਆਰਪੁਰ ਉਸਨੂੰ ਦੁਆਬੇ 'ਚ ਕਹਿ ਲੈਂਦੇ ਹਾਂ ਕਿ ਦੁਆਬੀ ਸੱਭਿਆਚਾਰ ਹੈ। ਅਤੇ ਇੱਧਰ ਮਲਵਈ ਬੋਲੀ ਇਹਦੇ ਮਲਵਈ ਕਲਚਰ ਹੈ। ਸਾਡੇ ਕੁਝ ਵਖਰੇਵੇਂ ਹੋਣ ਦੇ ਬਾਵਜੂਦ ਸਮੂਹ ਰੂਪ 'ਚ ਅਸੀਂ ਫਿਰ ਵੀ ਕਿਤੇ ਨਾ ਕਿਤੇ ਸਾਡਾ ਇੱਕ ਗੁੱਟ ਬਣਦਾ, ਅਤੇ ਇੱਥੇ ਪੰਜਾਬੀ ਬੋਲੀ ਜਾਂਦੀ ਹੈ। ਇਹਨਾਂ ਖਿੱਤਿਆਂ ਦੇ ਆਧਾਰ 'ਤੇ ਅਸੀਂ ਇਸ ਵੱਖ-ਵੱਖ ਭੂਗੋਲਿਕ ਖਿੱਤਿਆਂ, ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿੱਚ ਇਲਾਕਾਈ ਵਿਸ਼ੇਸ਼ਤਾਵਾਂ ਦੇ ਵੱਖਰਤਾਵਾਂ ਕਾਰਨ ਇਹੀ ਪੰਜਾਬੀ ਸੱਭਿਆਚਾਰ ਵਿੱਚ ਮਾਝੀ, ਮਲਵਈ, ਦੁਆਬੀ, ਪੁਆਧੀ ਉਪ ਸੱਭਿਆਚਾਰ ਵਜੋਂ ਜਾਣੇ ਜਾਂਦੇ ਹਨ। ਕਿਹਾ ਜਾ ਸਕਦਾ ਕਿ ਸਮਾਜ ਵਿੱਚ ਵਿਚਰਦਿਆਂ ਵੱਖ-ਵੱਖ ਜਾਤਾਂ, ਕਿੱਤਿਆਂ, ਜ਼ਬਾਨਾਂ, ਧਰਮਾਂ ਆਦਿ ਨਾਲ ਸੰਬੰਧ ਰੱਖਣ ਵਾਲੇ ਸਮੂਹਾਂ, ਵਰਗਾਂ ਦੇ ਆਧਾਰ 'ਤੇ ਅਪਣਾਏ ਜੀਵਨ ਢੰਗ ਉਪ ਸੱਭਿਆਚਾਰ ਅਖਵਾਉਂਦੇ ਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇੱਥੇ ਜਾਤਾਂ, ਕਿੱਤਿਆਂ, ਜ਼ਬਾਨਾਂ, ਧਰਮਾਂ ਨਾਲ ਫਰਕ ਪੈ ਜਾਂਦਾ ਸੱਭਿਆਚਾਰ 'ਚ। ਅਸੀਂ ਪੰਜਾਬ 'ਚ ਬੇਸ਼ੱਕ ਰਹਿੰਦੇ ਹਾਂ, ਸਾਡੀ ਕੰਧ ਵੀ ਸਾਂਝੀ ਹੋ ਸਕਦੀ ਹੈ, ਤਾਂ ਅਸੀਂ ਦੇਖਾਂਗੇ ਕਿ ਸਾਡੇ ਸਿੱਖ ਭਰਾ ਹੈਗੇ, ਹਿੰਦੂ ਵੀਰ ਹੈ, ਮੁਸਲਿਮ ਸਮਾਜ ਦੇ ਲੋਕ ਹੈ, ਇਹ ਸਾਰੇ ਕਿਤੇ ਨਾ ਕਿਤੇ ਭਾਵੇਂ ਤੁਹਾਡੀ ਕੰਧ ਨਾਲ ਰਹਿੰਦੇ ਹੋਣ, ਪਰ ਉਹਨਾਂ 'ਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਫਿਰ ਵੱਖਰੇਵਾਂ। ਇਸ ਤਰ੍ਹਾਂ ਜਾਤੀਗਤ ਵੱਖਰੇਵੇਂ ਆ, ਜਾਤੀਆਂ ਦੇ ਵਿੱਚ ਆਪਣਾ ਆਪਣਾ ਤੌਰ ਤਰੀਕਾ ਹੈ, ਕੰਮ ਦੇ ਮੁਤਾਬਕ ਵਿਆਹ ਕੀਤੇ ਜਾਂਦੇ ਆ। ਅਸੀਂ ਆਮ ਹੀ ਸਾਡੇ ਸਮਾਜ 'ਚ ਦੇਖਦੇ ਹਾਂ ਕਿ ਸਾਡੀ ਜਿਹੜੀ ਆਰਥਿਕ ਤੌਰ 'ਤੇ ਗਰੀਬ ਸ਼੍ਰੇਣੀ ਹੈ, ਉਹਨਾਂ ਦੇ ਵਿਆਹ ਗਰਮੀ 'ਚ ਹੁੰਦੇ ਆ, ਕਿਉਂਕਿ ਉਹਨਾਂ ਕੋਲ ਸਮਾਂ ਹੀ ਉਹ ਹੁੰਦਾ ਵਿਹਲੇ ਹੋਣ ਦਾ। ਜਿਹੜਾ ਬਾਕੀ ਦਾ ਉਹ ਵਿਆਹ ਸਰਦੀਆਂ 'ਚ ਕਰਦਾ, ਫਸਲਾਂ ਬੀਜੇ ਜਾਣ ਤੋਂ ਬਾਅਦ ਕਿਸਾਨੀ ਪਰਿਵਾਰ ਨੇ ਜਿਹੜੇ ਦੁਕਾਨਦਾਰ ਜਿਹੜੇ ਨੇ ਉਹ ਆਪਦੇ ਰਾਤ ਦੇ ਵਿਆਹ ਕਰਦੇ ਨੇ। ਤਾਂ ਆਪਦੀਆਂ ਲੋੜਾਂ ਮੁਤਾਬਕ ਉਹਨੇ ਆਪਣਾ ਇੱਕ ਨਿਯਮ ਪ੍ਰਬੰਧ ਸਿਰਜ ਲਿਆ, ਉਸ ਵੱਡੇ ਸੱਭਿਆਚਾਰ ਦੇ ਅੰਦਰ ਹੀ ਇੱਕ ਆਪਣਾ ਛੋਟਾ ਸੱਭਿਆਚਾਰ ਬਣਾ ਲਿਆ।
ਜਿਹਦੇ ਮੁਤਾਬਕ ਉਹ ਸਿਸਟਮ ਚੱਲ ਰਿਹਾ ਤੇ ਸਾਰੇ ਉਸ ਨੂੰ ਮਾਨਤਾ ਵੀ ਦੇ ਰਹੇ। ਪੈਰਲਲ ਤੇ ਇੱਕੋ ਟਾਈਮ ਤੇ ਇੱਕ ਵੱਡੇ ਦਾਇਰੇ ਦੇ ਵਿੱਚ ਛੋਟੇ ਛੋਟੇ ਆਪਣੇ ਦਾਇਰੇ ਬਣੇ ਹੋਏ ਆ। ਤਾਂ ਸਾਡੇ ਕੋਲੇ ਪ੍ਰਸ਼ਨ ਵੀ ਆ ਜਾਂਦਾ, ਤਾਂ ਅਸੀਂ ਇੱਥੇ ਪੂਰੇ ਭਾਰਤ ਦੀ ਗੱਲ ਕਰ ਰਹੇ, ਮਹਾਂਭਾਰਤ ਦੀ ਗੱਲ ਕਰਦੇ, ਵੱਖ-ਵੱਖ ਸੱਭਿਆਚਾਰ ਦੀ ਗੱਲ ਕਰਦੇ, ਪੰਜਾਬ 'ਚ ਆਉਣਾ ਤੇ ਪੰਜਾਬ ਤੋਂ ਫਿਰ ਅਸੀਂ ਮਾਝਾ, ਦੁਆਬਾ, ਪੁਆਧ ਤੇ ਮਲਵਈ ਸੱਭਿਆਚਾਰਾਂ ਤੇ ਧਿਆਨ ਕੇਂਦਰਿਤ ਕਰਨਾ। ਸੋ ਅਸੀਂ ਹੁਣ ਅੱਗੇ ਜਿਹੜਾ ਹੈ ਉਹ ਦੇਖਦੇ ਹਾਂ ਅਗਲੇ ਪੇਜ ਕਿ ਪੰਜਾਬ ਕਿਸੇ ਸਮੇਂ ਦਰਾਵੜਾਂ ਦੇ ਆਉਣ ਸਮੇਂ, ਆਰੀਆ ਦੇ ਸਮੇਂ ਬਹੁਤ ਵੱਡਾ ਸੀ ਤੇ ਛੋਟਾ ਹੁੰਦਾ ਹੁੰਦਾ 1947 'ਚ ਪਾਕਿਸਤਾਨੀ ਪੰਜਾਬ ਬਣ ਗਿਆ। ਪਾਕਿਸਤਾਨ ਬਣਨ ਦੇ ਨਾਲ ਇੱਧਰ ਪੂਰਬੀ ਪੰਜਾਬ ਬਣ ਗਿਆ ਤੇ ਫਿਰ ਭਾਸ਼ਾਈ ਆਧਾਰ ਤੇ ਜਦੋਂ ਵੱਖ-ਵੱਖ ਸੂਬੇ ਵੰਡੇ ਗਏ 1956 'ਚ ਐਕਟ ਆਇਆ, ਸਾਡਾ ਸੂਬਾ ਫਿਰ ਵੀ ਰਹਿ ਗਿਆ। ਪੰਜਾਬੀ ਸੂਬਾ ਅੰਦੋਲਨ ਚੱਲਿਆ ਤੇ ਆਖਰਕਾਰ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਸਾਨੂੰ ਜਿਹੜਾ ਹੈ ਭਾਸ਼ਾ ਦੇ ਆਧਾਰ ਸਾਨੂੰ ਅੱਜ ਦਾ ਪੰਜਾਬ ਜਿਹੜਾ ਉਹ ਵੰਡ ਦਿੱਤਾ ਗਿਆ। ਇਹ 3 ਹਿੱਸੇ ਕਰਤੇ, ਇੱਕ ਹਿਮਾਚਲ ਸਾਡੇ ਚੋਂ ਕੱਢਤਾ, ਹਰਿਆਣਾ ਅਲੱਗ ਕਰਤਾ ਗਿਆ, ਚੰਡੀਗੜ੍ਹ ਨੂੰ ਸਾਂਝੀ ਰਾਜਧਾਨੀ ਬਣਾ ਕੇ ਅੱਜ ਦਾ ਪੰਜਾਬ ਜਿਹੜਾ ਹੈ ਉਹ ਸਾਡੇ ਸਾਹਮਣੇ ਜੋ ਅਸੀਂ 22 ਜਿਹੜੇ ਸਾਡੇ ਕੋਲ ਸਾਡੇ ਦ੍ਰਿਸ਼ ਦੇ ਵਿੱਚ ਨੇ। ਤਾਂ ਪੰਜਾਬੀ ਸੱਭਿਆਚਾਰ ਦੇ ਇੱਕ ਲੱਛਣ ਆ ਗਏ। ਭਾਵੇਂ ਪੰਜਾਬ ਵੱਡਾ ਸੀ, ਦੁੱਖਾਂ ਦਾ ਤਾਂ ਨਿਕਲਿਆ, ਅਸੀਂ ਦੇਖਿਆ ਕਿ ਪੰਜਾਬ 'ਚ ਕਦੇ ਵੀ ਸ਼ਾਂਤੀ ਨਹੀਂ ਰਹੀ। ਪਿਛਲੇ 2000 ਸਾਲਾਂ 'ਚ ਜਿਹੜੇ ਅਸੀਂ ਭਾਰਤ 'ਤੇ ਹਮਲੇ ਸੁਣਦੇ ਹਾਂ, ਅਸਲ ਵਿੱਚ ਮੈਂ ਕਈ ਵਾਰ ਸੋਚਦਾ ਨਾ ਕਿ ਉਹ ਭਾਰਤ ਉੱਪਰ ਹਮਲੇ ਨਹੀਂ, ਉਹ ਪੰਜਾਬ ਦੇ ਉੱਪਰ ਹਮਲੇ ਸੀ। ਭਾਰਤ ਨੂੰ ਤਾਂ ਉਸ ਦਾ ਸੇਕ ਬਾਅਦ 'ਚ ਲੱਗਿਆ, ਕਿਉਂਕਿ ਉਦੋਂ ਕੋਈ ਇਸ ਤਰ੍ਹਾਂ ਦਾ ਦੇਸ਼ ਤਾਂ ਹੈ ਨਹੀਂ ਸੀ ਅੱਜ ਦੇ ਦੇਸ਼ ਨੇ ਕਿ ਰਿਪਬਲਿਕ ਆਫ ਇੰਡੀਆ। ਉਦੋਂ ਅਲੱਗ-ਅਲੱਗ ਸੂਬੇ ਸੀ, ਅਵਧ ਸੀ, ਮਗਧ ਸੀ, ਪਾਟਲੀਪੁੱਤਰ ਸੀ, ਅਲੱਗ-ਅਲੱਗ ਆਪਣੇ ਸਾਰੇ ਇਲਾਕਿਆਂ 'ਤੇ ਬੈਠੇ ਸੀ ਫਿਰਕੇ। ਤਾਂ ਸਭ ਤੋਂ ਪਹਿਲਾਂ ਜੋ ਵੀ ਹਮਲਾਵਰ ਆਉਂਦਾ ਉਹ ਪੰਜਾਬ 'ਚ ਆਉਂਦਾ। ਮੁਹੰਮਦ ਗੌਰੀ ਆਇਆ, ਮੁਹੰਮਦ ਗਜ਼ਨਵੀ ਆਇਆ, ਉਹਨੇ 17 ਹਮਲੇ ਕੀਤੇ 25 ਸਾਲਾਂ ਤੱਕ। 17 ਦੇ 17 ਹਮਲੇ ਪੰਜਾਬ ਵਿੱਚ ਨਹੀਂ ਹੋਏ। ਪਹਿਲਾਂ ਪੰਜਾਬ ਨਾਲ ਲੜਾਈ ਹੋਈ, ਫਿਰ ਗਾਂਹ ਲੰਘਿਆ ਉਹਨਾਂ ਲੜਾਈਆਂ ਲੜ ਕੇ ਸੋਮਨਾਥ ਮੰਦਿਰ ਤੱਕ ਗਿਆ। ਉਸ ਤੋਂ ਬਾਅਦ ਮੁਹੰਮਦ ਗੌਰੀ ਆਇਆ ਤਾਂ ਉਹਨੇ ਵੀ ਪੰਜਾਬ 'ਚ ਲੜਾਈਆਂ ਲੜੀਆਂ, ਇੱਥੋਂ ਹਾਰਿਆ ਤੇ ਆਖਰ 1206 'ਚ ਮਾਰਿਆ ਗਿਆ। ਉਸ ਤੋਂ ਬਾਅਦ ਤੈਮੂਰ ਲੰਗ ਆਇਆ, ਤੈਮੂਰ ਲੰਗ ਤੋਂ ਬਾਅਦ ਬਹਿਲੋਲ ਜਿਹੜੇ ਸੀ, ਲੋਧੀ ਵੰਸ਼ ਹੈ, ਉਹ ਸਥਾਪਿਤ ਹੋ ਗਿਆ। ਤਾਂ ਉਹਨਾਂ ਨੇ ਵੀ ਇੱਥੇ ਹੀ ਲੜਾਈਆਂ ਲੜੀਆਂ ਮੁਸਲਮਾਨਾਂ ਦੇ ਖਿਲਾਫ, ਬਾਬਰ ਦੇ ਖਿਲਾਫ, ਐਮਨਾਬਾਦ ਸਹਿਪੁਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਮਿਲੇ। ਫਿਰ ਸਾਡੇ ਗੁਰੂ ਸਾਹਿਬਾਨਾਂ ਨੇ ਲੜਾਈਆਂ ਲੜੀਆਂ ਮੁਗਲਾਂ ਦੇ ਖਿਲਾਫ ਤੇ ਆਖਰਕਾਰ 10ਵੇਂ ਗੁਰੂ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਪੰਜਾਬ ਵਿੱਚ ਇੱਕ ਸ਼ਸਤਰਧਾਰੀ ਬਲ ਦਾ ਨਿਰਮਾਣ ਕੀਤਾ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ। ਉਸ ਤੋਂ ਬਾਅਦ ਵੀ ਬੰਦਾ ਸਿੰਘ ਬਹਾਦਰ ਆਇਆ, ਬੰਦਾ ਸਿੰਘ ਬਹਾਦਰ ਮਿਸਲਾਂ ਬਣੀਆਂ, ਨਵਾਬ ਕਪੂਰ ਸਿੰਘ ਆਏ, ਉਹਨਾਂ ਨੇ ਸੰਗਠਿਤ ਕੀਤਾ, ਦਲ ਖਾਲਸਾ ਬਣਿਆ। ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਰਾਜ ਆਇਆ, ਉਹਨਾਂ ਤੋਂ ਬਾਅਦ ਫਿਰ ਜਾ ਕੇ ਸਿੰਘ ਸਭਾ ਲਹਿਰ ਬਣੀ ਤੇ ਭਾਰਤ ਦੇ ਜਿਹੜੀ ਆਜ਼ਾਦੀ ਹੈ ਉਹਦੇ ਇਤਿਹਾਸ ਵਿੱਚ ਸਿੱਖਾਂ ਦਾ ਇੱਕ ਵਿਸ਼ੇਸ਼ ਸਥਾਨ ਬਣਿਆ। ਪਹਿਲੀ ਵਿਸ਼ਵ ਜੰਗ 'ਚ ਸਿੱਖ ਲੜੇ, ਦੂਜੀ ਵਿਸ਼ਵ ਜੰਗ 'ਚ ਸਿੱਖ ਲੜੇ, ਪੰਜਾਬੀ ਲੜੇ। 1947 ਦਾ ਦਰਦ ਸਿਆਹਾ, 1962 ਦੀ ਜੰਗ 'ਚ ਪੰਜਾਬੀ ਮਰੇ, 65 'ਚ ਮਰੇ, 1971 ਪਾਕਿਸਤਾਨ ਦੀ ਨਾਲ ਜੰਗ ਹੋਈ, ਫਿਰ ਅੱਤਵਾਦ ਆ ਗਿਆ, ਅੱਤਵਾਦ ਤੋਂ ਬਾਅਦ ਕਾਰਗਿਲ ਵਾਰ ਆ ਗਈ। ਕੋਈ ਸਮਾਂ ਇਹੋ ਜਿਹਾ ਨਹੀਂ ਸੀ ਜਦੋਂ ਅਸੀਂ ਲੜਾਈਆਂ 'ਚ ਨਾ ਰਹੇ ਹੋਈਏ। ਤਾਂ ਇਸ ਕਰਕੇ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਲੱਛਣ ਹੈ, ਇਹਨਾਂ ਨੂੰ ਇਸੇ ਸੰਦਰਭ 'ਚ ਹੀ ਦੇਖਣਾ ਪਊਗਾ ਕਿ ਸਾਡਾ ਸੁਭਾਅ ਜਿਹੜਾ ਇੰਨਾ ਤੱਕ ਥੋੜ੍ਹੀ ਜਿਹੀ ਗੱਲ 'ਤੇ ਭੜਕ ਜਾਂਦੇ ਹਾਂ, ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਉਹਦੇ ਵਿੱਚ ਸਾਡੇ DNA 'ਚ ਕਦੇ ਨਾ ਕਦੇ ਪਿਛਲੇ 2000 ਸਾਲਾਂ 'ਚ ਹੋਈਆਂ ਲੜਾਈਆਂ ਦਾ ਸਦਾ ਸਾਨੂੰ ਗਰਮ ਰਹਿਣ ਦਾ, ਉਲਝਣ ਦਾ ਜਿਹੜਾ ਮੌਕੇ ਮਿਲਦੇ ਰਹੇ, ਉਹਨਾਂ ਕਰਕੇ ਸਾਡੇ ਸੁਭਾਅ 'ਚ ਵੀ ਕਿਤੇ ਨਾ ਕਿਤੇ ਜਿਹੜੀ ਮਿਠਾਸ ਦੀ ਘਾਟ ਜਿਹੜੀ ਹੈ ਉਹ ਪੈਦਾ ਹੋਈ ਹੈ। ਦੁਨੀਆ ਭਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਪਛਾਣ ਚਿੰਨ੍ਹ ਹਨ। ਪੰਜਾਬ ਹਿੰਦੁਸਤਾਨ ਦਾ ਸਿੱਧੇ ਸੂਬਾ ਹੋਣ ਕਰਕੇ ਇੱਥੋਂ ਦੇ ਵਸਿੰਦੇ ਆ ਸੂਰਮਿਆਂ ਬਹਾਦਰਾਂ ਦੀ ਕੌਮ ਹਨ, ਇਸ ਲਈ ਪੰਜਾਬੀਆਂ ਵਿੱਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਭਰਿਆ ਹੈ। ਤਾਂ ਪ੍ਰੋਫੈਸਰ ਪੂਰਨ ਸਿੰਘ ਦੇ ਲਿਖੇ ਹੋਏ 3 ਲਾਈਨਾਂ ਵਿੱਚ ਕਰਾਂਗੇ। ਜਵਾਨ ਪੰਜਾਬ ਦੇ ਮੌਤ ਨੂੰ ਕਰਨ ਮਖੌਲਾਂ, ਜਾਣ ਕੋ ਆਪਣੀ ਵਾਰਨ ਦੇ ਪਰ ਟੈ ਨਾ ਮੰਨਣ ਕਿਸੇ ਦੀ। ਇਹ ਗੱਲ ਸ਼ਾਇਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਲਗਾਤਾਰ ਅਸੀਂ ਲੜਾਈਆਂ 'ਚ ਰੁੱਝ ਰਹੇ ਹਾਂ। ਅੱਜ ਤੋਂ 800 ਸਾਲ ਪਹਿਲਾਂ ਹੋਏ ਬਾਬਾ ਫਰੀਦ ਜਿਹੜੇ ਕਿ 12ਵੀਂ ਸਦੀ 'ਚ ਹੋਏ ਸੀ, ਉਹ ਵੀ ਕਹਿੰਦੇ ਆ ਫਰੀਦਾ ਬਾਰ ਪਰਾਇਆਂ ਦਾ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰ ਵਾਲੇ। ਉਹ ਕਹਿੰਦੇ ਨੇ ਕਿ ਮੈਨੂੰ ਕਿਸੇ ਬਾਰ ਬਹਿਣਾ, ਗੇਟ 'ਤੇ ਬਹਿਣਾ ਮੰਗਣਾ ਪਸੰਦ ਨਹੀਂ, ਕਿਉਂਕਿ ਉਹਨਾਂ ਦੀ ਕਾਫੀ ਵੱਡੀ ਉਮਰ ਹੋ ਗਈ, 93 ਸਾਲ ਦੀ ਉਮਰ 'ਚ ਮੌਤ ਹੋਈ ਉਹਨਾਂ ਦੀ। ਜੇ ਤੂੰ ਮੈਨੂੰ ਐਵੇਂ ਰੱਖਣਾ ਚਾਹੁੰਦਾ ਹੈ ਪ੍ਰਮਾਤਮਾ, ਤਾਂ ਮੈਨੂੰ ਸਰੀਰ ਹੀ ਮੇਰਾ ਲੈ ਲਾ, ਮੈਨੂੰ ਸਰੀਰ ਦੀ ਲੋੜ ਨਹੀਂ ਇਸ ਦੀ। ਭਾਵ ਉਹ ਵੀ ਇਸ ਵੱਡੀ ਉਮਰ ਜਾ ਕੇ ਵੀ ਉਹ ਸ਼ਾਨ ਨਾਲ ਆਪਣੀ ਜ਼ਿੰਦਗੀ ਦਾ ਅੰਤ ਚਾਹੁੰਦੇ ਆ। ਪੰਜਾਬੀ ਸੱਭਿਆਚਾਰ ਦਾ ਹੋਰ ਲੱਛਣ ਜਿਹੜਾ ਉਹ ਮਿੱਸਾਪਣ ਹੈ। ਮਿੱਸਾਪਣ ਕੀ ਹੁੰਦਾ? ਕਿੱਥੇ ਮੁਸਲਮਾਨ ਆਏ, ਮੁਗਲ ਆਏ, ਅੰਗਰੇਜ਼ਾਂ ਨੇ ਇੱਥੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ, ਆਪੋ ਆਪਣੇ ਸੱਭਿਆਚਾਰ ਦਾ ਫੈਲਾਅ ਕਰਕੇ ਪੰਜਾਬੀ ਸੱਭਿਆਚਾਰਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲਾ ਦਿੱਤੀਆਂ ਗਈਆਂ ਤੇ ਪੰਜਾਬੀ ਸੱਭਿਆਚਾਰ ਦਾ ਸੁਭਾਅ ਜਿਹੜਾ ਮਿੱਸਾ ਬਣ ਗਿਆ ਤੇ ਦਰੁਸਤ ਹਾਜ਼ਮੇ ਵਾਲਾ ਹੋ ਨਿਬੜਿਆ। ਭਾਵ ਸਾਡੇ ਕੋਲ ਤੁਰਕ, ਮੰਗੋਲ, ਹੂਣ, ਯੂਨਾਨੀ ਬਹੁਤ ਹੋਰ ਸੱਭਿਆਚਾਰਾਂ ਦੇ ਲੋਕ ਆ ਕੇ ਵਸੇ, ਉਹਨਾਂ ਨੇ ਵਿਆਹ ਵੀ ਕਰਵਾਏ ਇੱਥੇ, ਉਹਨਾਂ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਆਏ, ਪਰ ਉਹਨਾਂ ਸਭ ਨੂੰ ਜਜ਼ਬ ਕਰਕੇ ਪੰਜਾਬੀ ਨੇ ਆਪਣਾ ਇੱਕ
ਆਪਣਾ ਜਿਹੜਾ ਖਾਸ ਲਹਿਜਾ ਉਹਨੂੰ ਵੀ ਕਾਇਮ ਰੱਖਿਆ। ਜੇ ਅਸੀਂ ਪੰਜਾਬੀ ਦੇ ਸ਼ਬਦ ਦੇਖਣ ਲੱਗ ਜਾਈਏ, ਕਿਤਾਬ ਹੈ, ਕਾਤਲ ਹੈ, ਬੋਤਲ ਹੈ, ਸਾਈਕਲ ਹੈ, ਸਟੇਸ਼ਨ ਹੈ, ਪਲੇਟਫਾਰਮ ਹੈ, ਕੋਈ ਵੀ ਸ਼ਬਦ ਲਓ, ਤੁਹਾਨੂੰ ਐਂ ਕੋਈ ਸ਼ਬਦ ਮਿਲਣਾ ਜਿਹੜਾ ਐਂ ਲੱਗੇ ਵੀ ਸਾਡੀ ਭਾਸ਼ਾ ਦਾ ਨਰੋਲ ਸ਼ਬਦ ਹੈ, ਪਰ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਸਾਡਾ ਸ਼ਬਦ ਵਰਤੀ ਜਾਂਦੇ। ਸਾਡੀਆਂ ਪੇਂਡੂ ਔਰਤਾਂ ਅਨਪੜ੍ਹ ਉਹ ਵੀ ਕਹਿਣੀਆਂ ਟੇਬਲ ਚੱਕ ਲਿਆ ਅੰਦਰੋਂ, ਉਹ ਵੀ ਟੇਬਲ ਦਾ ਨਾਂ ਲੈਣ। ਜਾਣੀ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਇੱਥੇ ਉਹ ਰਚ ਮਿਚ ਗਈਆਂ ਨੇ। ਤੇ ਸੂਬੇ ਦੀ ਆਰਥਿਕ ਜਿਹੜੀ ਹੈ ਆਰਥਿਕਤਾ ਹੈ ਉਹ ਹੁਣ ਸੁਧਰ ਰਹੀ ਹੈ। ਵਿਦੇਸ਼ਾਂ 'ਚ ਪੰਜਾਬੀ ਜਾ ਵਸਿਆ, ਸਮੇਂ ਦੇ ਨਾਲ ਬਦਲਾਅ ਆਇਆ, ਕੁਦਰਤੀ ਸਾਧਨ ਘੱਟ ਹੈ ਭਾਵੇਂ, ਪਰ ਫਿਰ ਪਰਮਾਤਮਾ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਸਾਡੇ ਕੋਲ ਇੱਕ ਉਪਜਾਊ ਇਲਾਕਾ ਹੈ ਤੇ ਅਸੀਂ ਦਿੱਤਾ ਹੋਇਆ ਪਰਮਾਤਮਾ ਦਾ ਬੜੇ ਸ਼ੁਕਰ ਨਾਲ ਖਾ ਰਹੇ ਹਾਂ ਤੇ ਖੁਸ਼ਹਾਲ ਜ਼ਿੰਦਗੀ ਵੀ ਬਤੀਤ ਕਰ ਰਹੇ ਹਾਂ। ਚਲੋ ਅਸੀਂ ਅਗਲੇ ਪੇਜ ਤੇ ਚੱਲਦੇ ਹਾਂ। ਹੁਣ ਅਸੀਂ ਦੇਖਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਸਾਡੇ ਪੰਜਾਬੀ ਜਿਹੜੇ ਉਹ ਵਿਦੇਸ਼ਾਂ ਜਾ ਵਸੇ ਨੇ ਵੱਡੀ ਗਿਣਤੀ 'ਚ, ਤੇ ਹਰ ਸਾਲ ਲਗਭਗ 1 ਲੱਖ ਦੇ ਕਰੀਬ ਸਾਡਾ ਨਵਾਂ ਨੌਜਵਾਨ ਤਬਕਾ ਜਿਹੜਾ ਉਹ ਵਿਦੇਸ਼ਾਂ 'ਚ ਵਸ ਰਿਹਾ, ਖਾਸ ਕਰਕੇ ਕੈਨੇਡਾ, ਅਮਰੀਕਾ 'ਚ। ਰੋਜ਼ਾਨਾ ਦੇ ਕਾਰ ਵਿਹਾਰ ਵਿਚਲੇ ਬਦਲਾਅ ਨਾਲ ਮਨੁੱਖੀ ਸੁਭਾਅ 'ਚ ਤਬਦੀਲੀ ਆਉਣ ਲਾਜ਼ਮੀ ਹੈ। ਲੋਕਾਂ ਦਾ ਇੱਕ ਦੂਜੇ ਪ੍ਰਤੀ ਰਵੱਈਆ ਵੀ ਬਦਲ ਰਿਹਾ ਹੈ। ਨਿਸ਼ਚੈ ਹੀ ਵਿਸ਼ਵ ਪੱਧਰ ਤੇ ਬਦਲ ਰਹੀਆਂ ਪ੍ਰਸਥਿਤੀਆਂ ਪੰਜਾਬੀ ਮਾਨਸਿਕਤਾ ਵਿੱਚ ਕੁਝ ਪਰਿਵਰਤਨ ਲਿਆ ਰਹੀਆਂ ਹਨ। ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ, ਪੱਛਮੀ ਸੱਭਿਅਤਾ ਦੀ ਦੌੜ, ਸੁਖਾਲਾ ਜੀਵਨ ਜਿਉਣ ਦੀ ਵਧ ਰਹੀ ਤਾਂਘ ਅਜਿਹੇ ਰੁਝਾਨ ਹਨ ਜਿਹਨਾਂ ਚੱਲਦਿਆਂ ਪੰਜਾਬੀ ਸੱਭਿਆਚਾਰ ਪ੍ਰਭਾਵਿਤ ਹੋ ਰਿਹਾ। ਇਸ ਤੱਥ ਦੇ ਵਿੱਚ ਦੋ ਰਾਵਾਂ ਨਹੀਂ ਕਿ ਕਿਸੇ ਖਿੱਤਾ ਵਿਸ਼ੇਸ਼ ਦਾ ਸੱਭਿਆਚਾਰ ਸਮਾਜ ਵਿੱਚ ਵਾਪਰੀਆਂ ਤਬਦੀਲੀਆਂ ਦੇ ਨਾਲ ਬਦਲਣਾ ਸੁਭਾਵਿਕ ਹੈ, ਪਰ ਮੂਲ ਰੂਪ ਵਿੱਚ ਸੱਭਿਆਚਾਰ ਉਹੀ ਰਹਿੰਦਾ ਹੈ। ਪੰਜਾਬੀ ਸੱਭਿਆਚਾਰ ਇਸ ਦੀ ਜਿਉਂਦੀ ਜਾਗਦੀ ਬੇਮਿਸਾਲ ਉਦਾਹਰਨ ਹੈ। ਤਾਂ ਬੱਚੋ ਇਸ ਦਾ ਪਾਠ ਇਹ ਸਾਨੂੰ ਆਖਰ ਵਿੱਚ ਇਹੀ ਦੱਸਿਆ ਕਿ ਸਾਡੀ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਹੈ ਨਵੀਂ, ਉਹਨੇ ਬਿਲਕੁਲ ਇਹਨੂੰ 100% ਬਦਲਣ ਤੇ ਤੁਲੀ ਹੋਈ ਆ ਉਹ, ਜਾਂ ਉਹਨੇ ਬਦਲ ਦਿੱਤਾ, ਪਰ ਮੂਲ ਇਹਦਾ ਜਿਹੜਾ ਮੂਲ ਹੈ ਉਹ ਨਹੀਂ ਬਦਲਿਆ ਜਾ ਸਕਦਾ, ਉਹ ਇੰਨਾ ਸਮਰੱਥ ਹੈ। ਅੱਗੇ ਅਸੀਂ ਪ੍ਰਸ਼ਨ ਦੇਖਦੇ ਹਾਂ। ਖਾਲੀ ਥਾਵਾਂ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਭਰਾਉਣ ਦੀ ਲੋੜ ਨਹੀਂ ਹੈ, ਉਹ ਤੁਸੀਂ ਆਪਣੇ ਆਪ ਹੀ ਕਰ ਲਓ ਕਿਉਂਕਿ ਇੱਕ ਅੱਖਰ ਭਰਨਾ। ਸੱਭਿਆਚਾਰ ਈੜੀ ਤੇ ਆ ਜਾਓ। ਸੱਭਿਆਚਾਰ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੋਇਆ ਅਸੀਂ ਦੇਖੀਏ, ਸੱਭਿਆ ਅਤੇ ਆਚਾਰ। ਇਸੇ ਤਰ੍ਹਾਂ ਹੀ ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਗਿਆ। ਹਾਂ ਜਾਂ ਨਾ ਜਵਾਬ ਦੇਣਾ ਸੀ। ਇਸ ਪਾਠ ਵਿੱਚ ਆਧਾਰ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਸੀ। ਤਾਂ ਭਾਰਤ ਦੇ ਜਿਹੜੇ ਬਹੁਤ ਸਾਰੇ ਵੇਦ ਹੈ ਉਹਨਾਂ ਦੀ ਰਚਨਾ ਜਿਹੜੀ ਹੈ ਉਹ ਇੱਥੇ ਕੀਤੀ ਗਈ ਹੈ, ਜਿਹਦੇ ਵਿੱਚ ਅਸੀਂ ਨਾਮ ਲਵਾਂਗੇ ਖਾਸ ਤੌਰ ਤੇ, ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਰਿਗਵੇਦ ਵਰਗੇ ਜਿਹੜੇ ਗ੍ਰੰਥ ਹੈ ਉਹਨਾਂ ਦੀ ਰਚਨਾ ਜਿਹੜੀ ਕਿ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ ਉਹਦੀ ਰਚਨਾ ਪੰਜਾਬ ਵਿੱਚ ਹੋਈ। ਸਾਨੂੰ ਬੜਾ ਮਾਣ ਹੈ ਇਸ ਗੱਲ ਦਾ। ਇਸ ਤੋਂ ਬਾਅਦ ਵੀ ਅਣਵੰਡੇ ਪੰਜਾਬ ਵਿਚਲੇ 5 ਦਰਿਆਵਾਂ ਵਿੱਚੋਂ ਜੋ ਕਿ ਪੰਜਾਬ ਵਿੱਚ ਕਿੰਨੇ ਦਰਿਆ ਰਹੇ, ਸਾਨੂੰ ਪਤਾ ਹੀ ਹੈ ਕਿ ਸਾਡੇ ਜਲੰਧਰ ਤੋਂ ਸ਼ਾਹਕੋਟ ਦੇ ਵਿੱਚ ਵਿਚਕਾਰ ਜਿਹੜਾ ਜਾਂਦਾ ਦਰਿਆ ਸਤਲੁਜ, ਤੇ ਪਰੇ ਬਿਆਸ, ਉਸ ਤੋਂ ਅੱਗੇ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਰਾਵੀ ਦਰਿਆ ਜਿਹੜਾ ਉਹ 3 ਜਾਂ 2.5 ਦਰਿਆ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਅਜੋਕੇ ਪੰਜਾਬ 'ਚ ਵਗ ਰਹੇ ਆ। ਸਤਲੁਜ ਤੇ ਬਿਆਸ ਹਰੀਕੇ ਪੱਤਨ ਅਸੀਂ ਲੰਘਦੇ ਹਾਂ ਅੰਮ੍ਰਿਤਸਰ ਜਾਂਦੇ ਸਮੇਂ, ਉੱਥੇ ਇਕੱਠੇ ਹੋ ਜਾਂਦੇ ਆ। ਤੇ ਜਿਹੜਾ ਰਾਵੀ ਦਰਿਆ ਉਹ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੋਂ ਪਾਕਿਸਤਾਨ 'ਚ ਐਂਟਰ ਕਰਦਾ ਤੇ ਲਾਹੌਰ ਸ਼ਹਿਰ ਵਿੱਚ ਦੀ ਜਾਂਦਾ ਹੋਇਆ ਅੱਗੇ ਮਲਤਾਨ ਕੋਲ ਦੂਜੇ ਬਾਕੀ ਦਰਿਆਵਾਂ ਵਿੱਚ ਜਾ ਕੇ ਪੈ ਜਾਂਦਾ, ਤੇ ਇਹ ਅਰਬ ਸਾਗਰ 'ਚ ਇਕੱਠੇ ਹੋ ਕੇ ਚਲੇ ਜਾਂਦੇ ਨੇ। ਭਾਰਤ ਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ? 1947 ਵਿੱਚ ਵੰਡ ਹੋਈ, ਸਾਨੂੰ ਸਭ ਨੂੰ ਪਤਾ ਹੈ। ਹਿਮਾਚਲ ਤੇ ਹਰਿਆਣਾ ਕਦੋਂ ਹੋਣ ਚਾਹੇ? ਜਦੋਂ ਸਾਡਾ ਨਵਾਂ ਪੰਜਾਬ ਬਣਿਆ, ਭਾਵ 1 ਨਵੰਬਰ 1966 ਨੂੰ। ਤਾਂ ਵਿਦਿਆਰਥੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਸੀਂ ਅੱਜ ਦਾ ਪਾਠ ਜਿਹੜਾ ਉਹ ਕਰ ਲਿਆ। ਉਮੀਦ ਕਰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਬਹੁਤ ਵੱਡੀ ਲੰਮੀ ਚੌੜੀ ਵੀਡੀਓ ਬਣੇ 50-40 ਮਿੰਟ ਦੀ, ਜਿਹਦੇ ਵਿੱਚ ਤੁਹਾਨੂੰ ਸਮੱਸਿਆਵਾਂ ਆਉਣ। ਤੁਹਾਡੇ ਕੋਲ ਡਾਟਾ ਵੀ ਸੀਮਿਤ ਹੈ, ਤੁਹਾਨੂੰ 20 ਮਿੰਟ ਦੀ ਮੈਂ ਪਹਿਲਾਂ ਗੱਲ ਕੀਤੀ, ਲਗਭਗ ਸਾਡੇ ਤੁਸੀਂ ਦੇਖੋਗੇ ਕਿ ਆਪਣੀ ਲਗਭਗ 20 ਮਿੰਟ ਦੀ ਵੀਡੀਓ ਜਿਹੜੀ ਹੈ ਉਹ ਬਣੀ ਹੋਊਗੀ। ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਲੈਕਚਰ ਨੂੰ ਸੁਣ ਕੇ ਤੁਹਾਡੇ ਉਸ ਪਾਠ ਨੂੰ ਪੜ੍ਹ ਕੇ ਜ਼ਰੂਰ ਤੁਹਾਨੂੰ ਇਸ 'ਚੋਂ ਕੁਛ ਸਿੱਖਣ ਨੂੰ ਮਿਲਿਆ ਹੋਣਾ, ਤੇ ਤੁਸੀਂ ਆਪਣੇ ਪੱਧਰ ਤੇ ਵੀ ਮਿਹਨਤ ਕਰੋਗੇ। ਤੇ ਲੋਕਡਾਊਨ ਦੌਰਾਨ ਅਸੀਂ ਸਾਡੀਆਂ ਸਮੱਸਿਆਵਾਂ ਨੇ ਕੋਵਿਡ-19 ਕਰਕੇ ਅਸੀਂ ਇਕੱਠੇ ਨਹੀਂ ਹੋ ਸਕਦੇ। ਉਮੀਦ ਕਰਦਾ ਤੁਸੀਂ ਆਪਣੇ ਸਮੇਂ ਨੂੰ ਜਿਹੜਾ ਅਜਾਈਂ ਨਹੀਂ ਗਵਾਓਗੇ, ਬਲਕਿ ਤੁਹਾਡੇ ਕੋਲ ਜ਼ਿਆਦਾ ਸਮਾਂ, ਤੁਹਾਡੇ ਤਿਆਰ ਹੋਣ ਦਾ, ਸਕੂਲ ਆਉਣ ਦਾ, ਜਾਣ ਦਾ ਸਮਾਂ ਜਿਹੜਾ ਉਹ ਘੱਟ ਗਿਆ, ਉਹ ਤੁਹਾਡੇ ਕੋਲ ਸਰਪਲਸ ਹੋ ਗਿਆ। ਹੁਣ ਤੁਹਾਡੇ ਕੋਲ ਪੂਰਾ ਸਮਾਂ, ਤੁਸੀਂ ਉਹ 'ਚੋਂ ਅੱਧਾ ਟਾਈਮ ਵੀ ਲਾਓ ਤਾਂ ਉਸ ਤੋਂ ਵੀ ਮੇਰੇ ਖਿਆਲ ਚੰਗੇ ਨਤੀਜੇ ਲਿਆ ਸਕਦੇ। ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਇਸ ਨੂੰ ਬਹੁਤ ਬੜੇ ਧਿਆਨ ਨਾਲ ਸੁਣਿਓ ਤੇ ਫਿਰ ਪ੍ਰਸ਼ਨ ਹੱਲ ਕਰਕੇ ਦੇਖਿਓ। ਤੁਹਾਨੂੰ ਕਿਸੇ ਵੀ ਗਾਈਡਲਾਈਨ ਦੀ ਲੋੜ ਨਹੀਂ ਹੈ, ਇਸ ਕਿਤਾਬ ਹੀ ਆਪਣੇ ਆਪ ਵਿੱਚ ਇੱਕ ਗਾਈਡ ਦਾ ਕੰਮ ਕਰ ਰਹੀ ਹੈ। ਪ੍ਰਸ਼ਨ ਦੇਖੋ ਤੇ ਪਿੱਛੇ ਜਾ ਕੇ ਪੂਰੇ ਪਹਿਰੇ ਵਿੱਚੋਂ ਉਹਦਾ ਆਨਸਰ ਲੱਭੋ,
ਉੱਤਰ ਲੱਭੋ, ਤੁਹਾਨੂੰ ਉੱਤਰ ਸਹਿਜ ਹੀ ਜਿਹੜੇ ਆ ਉਹ ਲੱਭ ਜਾਣਗੇ। ਇਹਨਾਂ ਸ਼ਬਦਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।